परम सत्कारयोग साध संगत जी, सारी ही रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, साखी का सिलेख है धानो ए भगत जिन तुम संग हेत। कवि प्रीतम सिंह जी दसदे हन कि सतगुरु जी की कार अमरोहे तो चलती हुई गढ़ मुक्तेश्वर पासों कच्चे पक्के राह लंघदी एक सिंह संत गुरमुख सिंह जड़ावाला जो कि लुधियाने विखे रहिंदे सन, उन्हां दे फार्म दिल्ली फार्म ते आके रुकी। सिंह नूं गुरु के दर्शन करदियां ही दुनिया भुल गई। ਉਹਦਾ ਸਤਿਗੁਰੂ ਉਹਨੂੰ ਲੱਭਦਾ ਉਹਦੇ ਖੇਤਾਂ ਵਿੱਚ ਹੀ ਆ ਗਿਆ ਸੀ। ਸੰਤ ਗੁਰਮੁਖ ਸਿੰਘ ਦੇ ਫਾਰਮ 'ਤੇ ਜਾਣ ਦੀ ਵੇਰਵੇ ਸਹਿਤ ਵਾਰਤਾ ਸਰਦਾਰ ਸੁਰਜੀਤ ਸਿੰਘ ਅੰਮ੍ਰਿਤਸਰੀ ਨੇ ਇੰਜ ਸੁਣਾਈ। ਅਮਰੋਹੇ ਵਿੱਚ ਸਤਿਗੁਰੂ ਜੀ ਦਾ ਜਿਸ ਘਰ ਡੇਰਾ ਸੀ, ਉਸ ਦੀ ਗ੍ਰਹਿ ਸੁਆਮੀਨ ਤਾਂ ਸਤਿਗੁਰੂ ਜੀ ਦੀ ਪ੍ਰਸ਼ਾਦ ਛਕਣ ਉਪਰੰਤ ਤਿਆਰੀ ਕਾਰਨ ਭੁੱਬੀ ਹੀ ਰੋ ਪਈ। ਇੰਨੀ ਦੇਰ ਪਿੱਛੋਂ ਦਰਸ਼ਨ ਅਤੇ ਇੰਨਾ ਘੱਟ ਸਮਾਂ, ਪਰ ਸਤਿਗੁਰੂ ਛੇਤੀ ਕੁਝ ਹੋਰ ਘਰਾਂ ਵਿੱਚ ਚਰਨ ਪਾ ਦਿੱਲੀ ਨੂੰ ਤੁਰ ਪਏ। ਗੜ੍ਹ ਮੁਕਤੇਸ਼ਵਰ ਜਾ ਕੇ ਕੁਝ ਪੰਜਾਬੀਆਂ ਨੂੰ ਦੇਖ ਸਤਿਗੁਰੂ ਜੀ ਨੇ ਜਾਣਕਾਰੀ ਹਾਸਲ ਕੀਤੀ ਕਿ ਜੜ੍ਹਾਂ ਵਾਲੀਆਂ ਗੁਰਮੁਖ ਸਿੰਘ ਕਿੱਥੇ ਹੈ। ਪਤਾ ਲੱਗਾ ਕਿ ਉਹ ਸ਼ਹਿਰ ਗੜ੍ਹ ਮੁਕਤੇਸ਼ਵਰ ਵਿੱਚ ਹੀ ਆਇਆ ਸੀ। ਫਿਰ ਪਤਾ ਲੱਗਾ ਕਿ ਉਹ ਮੁੜ ਫਾਰਮ 'ਤੇ ਚਲਾ ਗਿਆ ਹੈ। ਬੜੇ ਧਿਆਨ ਅਤੇ ਸਬਰ ਨਾਲ ਫਾਰਮ ਦਾ ਨਾਮ, ਥਾਂ ਤੇ ਫਾਸਲਾ ਪੁੱਛ ਨਵੀਂ ਨਕੋਰ ਗੱਡੀ ਨੂੰ ਉਧਰ ਨੂੰ ਤੋਰਨ ਦਾ ਹੁਕਮ ਕੀਤਾ। 3 ਕਿਲੋਮੀਟਰ ਪੱਕੀ, 2 ਕਿਲੋਮੀਟਰ ਰੋੜੀ ਵਿੱਚ ਹੀ ਸੜਕ ਅਤੇ 1.5 ਕਿਲੋਮੀਟਰ ਚਿੱਕੜ ਭਰੇ ਰਾਹਾਂ ਵਿੱਚ ਦੀ ਲੰਘਦਿਆਂ ਸਤਿਗੁਰੂ ਜੀ ਹਰੇਕ ਪਾਸੋਂ ਗੁਰਮੁਖ ਸਿੰਘ ਦਾ ਫਾਰਮ ਪੁੱਛਦੇ ਗੱਡੀ ਅੱਗੇ ਤੋਰੀ ਗਏ। ਜਦੋਂ ਗੱਡੀ ਚਿੱਕੜ ਲੰਘ ਅਤੇ ਇੱਕ ਪਿੰਡ ਨੂੰ ਪਿੱਛੇ ਛੱਡ ਅਗਾਂਹ ਹੋਈ, ਸਾਵੇਂ ਜਲ ਭਰਪੂਰ ਨਦੀ ਆ ਗਈ, ਗੰਗਾ ਮਈਆ ਅਰਥਾਤ ਗੜ੍ਹ ਗੰਗਾ। ਅੱਗੇ ਕੋਈ ਪੁਲ ਜਾਂ ਲੰਘਣ ਦੀ ਵਿਵਸਥਾ ਨਹੀਂ ਸੀ। ਸਤਿਗੁਰੂ ਜੀ ਅੰਦਰ ਗੁਰਮੁਖ ਸਿੰਘ ਦੀ ਕਸ਼ਿਸ਼ ਸੀ ਜਾਂ ਆਪਣੀ ਕਸ਼ਿਸ਼ ਨਾਲ ਗੁਰਮੁਖ ਸਿੰਘ ਨੂੰ ਨਿਹਾਲ ਕਰਨਾ ਸੀ। ਆਪ ਨੇ ਸਹਿਜ ਅਵਸਥਾ ਵਿੱਚ ਹੀ ਫੈਸਲਾ ਦੇ ਦਿੱਤਾ, ਚਲੋ ਫਿਰ ਇਸ਼ਨਾਨ ਹੀ ਕਰ ਲਈਏ। ਜੰਗਲ ਪਾਣੀ ਨੂੰ ਵੀ ਨਵੇਕਲੀ ਜਗ੍ਹਾ ਹੈ। ਇੰਨੇ ਚਿਰ ਨੂੰ ਸ਼ਹਿਰ ਤੋਂ ਚੱਲੇ ਹੋਏ ਇੱਕ ਟਰੈਕਟਰ ਤੇ 2 ਸਰੀਰ ਆਣ ਅਪੜੇ। ਟਰੈਕਟਰ ਦੂਰ ਹੀ ਛੱਡ ਛਾਲਾਂ ਮਾਰਦੇ ਸਾਡੀ ਗੱਡੀ ਪਾਸ ਆਏ। ਇਹ ਨਾਮਧਾਰੀ ਸਿੰਘ ਸਨ ਜੋ ਜ਼ਮੀਨ ਢੂੰਡਦੇ ਇੱਧਰ ਆਏ ਸਨ ਅਤੇ ਦਿੱਲੀ ਫਾਰਮ ਤੋਂ ਨੰਗੇ ਪੈਰੀ ਨੱਸਦਾ ਗੁਰਮੁਖ ਸਿੰਘ ਵੀ ਆਣ ਪਹੁੰਚਾ। ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖ ਦੀਆਂ ਖੁਸ਼ੀਆਂ ਦੀ ਕੋਈ ਵੀ ਹੱਦ ਨਾ ਰਹੀ। ਉਹਨੂੰ ਤਾਂ ਜਿਵੇਂ ਕਾਰੂ ਦਾ ਖਜ਼ਾਨਾ ਹੀ ਮਿਲ ਗਿਆ ਹੋਵੇ। ਸਤਿਗੁਰੂ ਜੀ ਦੇ ਅਜਿਹੇ ਪਸੀਤੇ ਥਾਂ ਉੱਤੇ ਇੰਨੀ ਮਿਹਨਤ ਨਾਲ ਲੱਭ ਤੇ ਪਹੁੰਚ ਕੇ ਦਰਸ਼ਨ ਦੇਣ ਦੀ ਕਿਰਪਾ ਦਾ ਧਿਆਨ ਕਰਕੇ ਸਿੱਖ ਦੇ ਨੇਤਰ ਫਰਨ ਵਗਣ ਲੱਗ ਪਈ। ਸਿੱਖ ਘੜੀ ਮੁੜੀ ਇੱਕੋ ਗੱਲ ਆਖੀ ਜਾਏ, ਬਹੁਤ ਹੀ ਕਿਰਪਾ ਕੀਤੀ ਜੇ, ਮੇਰੇ ਵਾਸਤੇ ਕਿੰਨਾ ਕਸ਼ਟ ਜਰਿਆ ਜੇ, ਬਖਸ਼ ਲਓ ਸੱਚੇ ਪਾਤਸ਼ਾਹ, ਬਖਸ਼ ਲਓ, ਚਰਨਾਂ ਦਾ ਦਾਸ ਬਣਾਈ ਰੱਖੋ। ਇਸ ਅਵਸਥਾ ਦੀ ਗਹਨਤਾ ਅਤੇ ਸੁੱਖ ਨੂੰ ਜਾਂ ਸਿੱਖ ਸਮਝਦਾ ਹੈ ਜਾਂ ਸਤਿਗੁਰੂ ਜਾਂ ਕੋਈ ਪਿਆਰ ਭਰੇ ਹਿਰਦੇ ਵਾਲਾ ਦਰਸ਼ਕ। ਇੱਕ ਵਾਰ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਕੁਝ ਸਮਾਂ ਇੰਜ ਦਰਸ਼ਨ ਕਰਦਿਆਂ ਤੇ ਬਚਨ ਕਰਦਿਆਂ ਬੀਤ ਗਿਆ ਤਾਂ ਗੱਡੀ ਵਿੱਚ ਬੈਠ ਕੇ ਗਰੀਬ ਨਿਵਾਜ ਸਤਿਗੁਰੂ ਜੀ ਦਿੱਲੀ ਫਾਰਮ 'ਤੇ ਪਹੁੰਚੇ। ਇੱਥੇ 36 ਏਕੜ ਜ਼ਮੀਨ ਉਸਨੇ ਖਰੀਦੀ ਹੋਈ ਸੀ। ਫਾਰਮ 'ਤੇ ਪਹੁੰਚ ਕੇ ਸਤਿਗੁਰੂ ਜੀ ਅਤੇ ਸਿੱਖਾਂ ਵੇਖਿਆ ਕਿ ਰਹਿਣ ਲਈ 2 ਕਮਰੇ ਛੋਟੇ ਅਤੇ 1-2 ਪਸ਼ੂਆਂ ਲਈ। ਜਿਸ ਦੇ ਭਰਾ ਸਿਨੇਮਾ ਬਣਾ, ਵਰਕਸ਼ਾਪਾਂ ਚਲਾ, ਹਜ਼ਾਰਾਂ ਰੁਪਏ ਕਮਾ ਰਹੇ ਹਨ, ਉਸਨੇ ਪਰਿਵਾਰ ਦਾ ਮੋਹ ਛੱਡ ਕੇ ਮਾਇਆ ਨੂੰ ਲੱਤ ਮਾਰ ਕੇ ਲੁਧਿਆਣੇ ਤੋਂ 500-600 ਕਿਲੋਮੀਟਰ ਦੂਰ ਜਾ ਡੇਰਾ ਲਾਇਆ ਹੈ।
ਸਤਿਗੁਰਾਂ ਦੇ ਸਿੱਖ ਨੇ ਸਤਿਗੁਰੂ ਜੀ ਨਾਲ ਰਹਿਣਾ ਹੀ ਪ੍ਰਵਾਨ ਕੀਤਾ। ਪਰਿਵਾਰ ਨਾਲ ਮਿਲਣਾ ਬੋਲਣਾ ਛੱਡ ਦੂਰ ਆ ਬੈਠਾ। ਪਰ ਪਿਆਰੇ ਗੁਰਮੁਖ ਸਿੰਘ ਦੇ ਮਨ ਵਿੱਚ ਇੱਕ ਵਾਰ ਵੀ ਨਹੀਂ ਆਇਆ ਕਿ ਉਸ ਗਲਤੀ ਕੀਤੀ ਹੈ। ਉਹ ਇੱਥੇ ਤੇ ਅਜਿਹੀ ਹਾਲਤ ਵਿੱਚ ਵੀ ਇੱਕੋ ਹੀ ਗੱਲ ਕਹਿ ਰਿਹਾ ਹੈ, ਦੀਨਾ ਬੰਧੂ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਸਿਦਕ ਦਾ ਦਾਨ ਦਿਓ, ਮੇਰੇ ਵੱਲ ਨਾ ਵੇਖੋ। ਉਸ ਦੀ ਬਾਰ-ਬਾਰ ਦੀ ਇਹ ਪ੍ਰਾਰਥਨਾ ਸੁਣ ਕੇ ਕਿਹੜਾ ਇਹ ਜਿਹੜਾ ਪਿਘਲਿਆ ਨਹੀਂ, ਹੋਰ ਤਾਂ ਹੋਰ ਅਤੀ ਧੀਰਜ ਧਾਰੀ ਦ੍ਰਿੜਤਾ ਦੇ ਸੁਮੇਰ ਸਤਿਗੁਰਾਂ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ। ਸਿੱਖ ਆਖੇ ਕਿਸੇ ਦਾ ਸਤਿਗੁਰ ਹੀ ਹੋਵੇ ਤਾਂ ਇਸ ਤਰ੍ਹਾਂ ਆ ਲੱਭੇ ਨਾ। ਮੇਰੇ ਸਤਿਗੁਰਾਂ ਨੇ ਕਿਹੜੇ ਔਖੇ ਰਾਹ ਛਾਣ ਕੇ ਮੈਨੂੰ ਢੂੰਡ ਕੱਢਿਆ ਹੈ। ਗਰੀਬ ਨਿਵਾਜ ਤੈਨੂੰ ਐਸੇ ਕਰਕੇ ਹੀ ਕਹਿੰਦੇ ਹਨ ਮੇਰੇ ਪਾਤਸ਼ਾਹ। ਦੀਨ ਦਿਆਲ ਜੀ ਨੇ ਉਸਦੇ ਕਣਕ ਦੇ ਖੇਤਾਂ ਵਿੱਚ ਪੈਦਲ ਚੱਲ ਕੇ ਚਰਨ ਪਾਏ। ਉਸ ਨਾਲ ਖੇਤਾਂ ਵਿੱਚ ਖਲੋ ਠਾਕਰ ਜੀ ਤੋਂ ਫੋਟੋਆਂ ਖਿਚਵਾਈਆਂ। ਗੁਰਮੁਖ ਸਿੰਘ ਨਾਲ ਵਚਨ ਕੀਤਾ, ਜਿੰਨਾ ਆਨੰਦ ਅੱਜ ਇੱਥੇ ਤੈਨੂੰ ਮਿਲ ਕੇ ਆਇਆ ਹੈ, ਇੰਨਾ ਕਦੇ ਲੁਧਿਆਣੇ ਨਹੀਂ ਸੀ ਆਇਆ। ਇਹ ਪ੍ਰੇਮ ਪਿਆਰ ਦੀ ਹੀ ਕਿਰਪਾ ਹੈ। ਸਤਿਗੁਰੂ ਤੈਨੂੰ ਪਦਾਰਥਕ ਸੁੱਖ ਵੀ ਦੇਵੇ। ਪਰ ਸਿੱਖ ਨੇ ਇੱਕ ਵਾਰ ਪਦਾਰਥਕ ਸੁੱਖ ਦੀ ਗੱਲ ਵੀ ਨਹੀਂ ਕੀਤੀ। ਉਸਦੀ ਇੱਕੋ ਹੀ ਮੰਗ ਸੀ, ਬਾਰ-ਬਾਰ ਮੇਰਾ ਸਿਦਕ ਨਿਭ ਜਾਏ ਪਾਤਸ਼ਾਹ, ਤੈਥੋਂ ਕਦੀ ਵੱਖਰਾ ਨਾ ਹੋਵਾਂ ਮੇਰੇ ਪਾਤਸ਼ਾਹ। ਘੰਟਾ ਡੇਢ ਘੰਟਾ ਐਸੇ ਦਿਲ ਬਿਡਾਰੂ ਦ੍ਰਿਸ਼ ਵਿੱਚ ਲੰਘ ਗਿਆ। ਵਿਦਾ ਹੋਣ ਸਮੇਂ ਸਿੱਖ ਨੇ ਮਾਇਆ ਭੇਟ ਕੀਤੀ। ਸਤਿਗੁਰਾਂ ਬਚਨ ਕੀਤਾ, ਗੁਰਮੁਖ ਸਿੰਘਾ, ਜਿਵੇਂ ਤੂੰ ਇੱਥੇ ਕੱਲਾ ਕਾਰਾ ਜੂਝ ਰਿਹਾ ਹੈ, ਤੂੰ ਰੱਖ, ਇਹ ਤੇਰੀ ਮਦਦ ਕਰੇਗੀ। ਸਿੱਖ ਨੇ ਚਰਨਾਂ 'ਤੇ ਸਿਰ ਰੱਖਦਿਆਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੇਰੀ ਮਦਦ ਅੰਦਰੋਂ ਕਰ। ਮਾਇਆ ਤਾਂ ਸਭ ਤੇਰੀ ਹੀ ਹੈ, ਇਸ ਨੂੰ ਰੱਖੋ ਗਰੀਬ ਦੀ ਭੇਟਾ ਜਾਣ ਕੇ। ਰਾਹ ਵਿੱਚ ਤੁਰੇ ਆਉਂਦਿਆਂ ਮਾਤਾ ਜੀ ਨੇ ਸਤਿਗੁਰੂ ਜੀ ਨਾਲ ਸਿੱਖ ਦੀ ਹਾਲਤ ਦੀ ਫਿਰ ਚਰਚਾ ਕੀਤੀ। ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ, ਗੁਰਬਾਣੀ ਦੀਆਂ ਇਹ ਤੁਕਾਂ ਸਪਸ਼ਟ ਕਰਦੀਆਂ ਹਨ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਰਸਾਏ। ਮਾਤਾ ਜੀ ਦਾ ਜੀ ਕਰਦਾ ਸੀ ਕਿ ਸਿੱਖ ਦੀ ਜ਼ਮੀਨ ਵੇਚ ਕੇ ਗੋਲੇ ਦੇ ਨਜ਼ਦੀਕ ਖਰੀਦ ਕੇ ਦਿੱਤੀ ਜਾਏ। ਸਤਿਗੁਰਾਂ ਬਚਨ ਕੀਤਾ, ਮੈਂ ਤਾਂ ਚਾਹੁੰਦਾ ਹਾਂ ਕਿ ਅਜਿਹੇ ਸਿੱਖ ਨੂੰ ਪੱਲਿਓਂ 2-2.5 ਲੱਖ ਰੁਪਇਆ ਖਰਚ ਕੇ ਜ਼ਮੀਨ ਲੈ ਦਿੱਤੀ ਜਾਵੇ। ਸੁਰਜੀਤ ਸਿੰਘ ਤੋਂ ਸਾਰੀ ਵਾਰਤਾ ਸੁਣ ਕੇ ਮਨ ਵਿੱਚ ਆਇਆ ਕਿ ਜੋ ਸਤਿਗੁਰੂ ਫਾਰਮੋਂ ਵੀ ਇੱਕ ਦਿਨ ਕਾਹਲੇ ਪੈ ਤੁਰੇ ਸਨ ਅਤੇ ਅਮਰੋਹਿਓਂ ਵੀ ਪ੍ਰਸ਼ਾਦ ਕਾਹਲੀ ਕਾਹਲੀ ਛਕ ਝਟਪਟ ਨਿਕਲ ਆਏ ਸੀ, ਉਹਨਾਂ ਨੂੰ ਗੁਰਮੁਖ ਸਿੰਘ ਦਾ ਪਿਆਰ ਸਤਾ ਰਿਹਾ ਸੀ ਜਾਂ ਉਸ ਦੀ ਪ੍ਰੇਮ ਖਿੱਚ ਨੇ ਹੀ ਖਿੱਚ ਲਿਆ ਸੀ। ਸਾਧ ਸੰਗਤ ਜੀ, ਇੱਕ ਸਾਖੀ ਹੋਰ ਹੈ, ਉਸਤਾਦ ਵਲਾਇਤ ਖਾਂ ਤੇ ਬਖਸ਼ਿਸ਼। ਮੈਂ ਉਸਤਾਦ ਵਲਾਇਤ ਖਾਂ ਸਾਹਿਬ ਦੀ ਵਿਦੇਸ਼ ਯਾਤਰਾ ਦੀ ਸਫਲਤਾ ਬਾਰੇ ਪੁੱਛਿਆ ਤਾਂ ਉਹਨਾਂ ਗਦ-ਗਦ ਕੰਠ ਸ਼ਰਧਾ ਨਾਲ ਲਬਰੇਜ਼ ਹੋ ਆਖਿਆ, बस मुझे जाते वक्त के ही अल्फाज याद हैं। जब हम जा रहे थे मैंने गुरुजी को कहा था, हमारे लिए दुआ कीजिए, हमारे लिए दुआ कीजिए। हमारे पास ना गुण है ना बल, हमारे पास कुछ भी नहीं है। सच तो ये है कि श्री सद्गुरु जी ने हमसे कहा था, तुम्हारे लिए तो दुआओं का संदूक भरा हुआ है। और मैं सच बोलता हूँ कि इस चीज़ से मेरे अंदर इतना मजबूत खंबा बना कि क्या ही कहूँ। अमेरिका वाले जैसे 20 बरस से आर्टिस्ट सुनते आ रहे हैं, आज ये गुलाम वहाँ जाके अलग टाइप का म्यूज़िक व नाम देके कमा के आया है। ये सब सद्गुरु जी की बदौलत ही है। इनकी दुआओं के जरिए ही सब कुछ लिया है मैंने। कवि प्रीतम सिंह जी एक वार्ता होर सुनाते हैं कि 22 सितंबर 1978 ਨੂੰ ਦਿੱਲੀ ਵਿਖੇ ਸਵੇਰੇ 8:30 ਵਜੇ ਮੈਂ ਸੰਤ ਪ੍ਰੀਤਮ ਸਿੰਘ ਜੀ ਬਾਲੀ ਨਗਰ ਨੂੰ ਮਿਲਣ ਗਿਆ। ਗੱਲਬਾਤ ਕਰਦਿਆਂ
ਉਸ ਦੱਸਿਆ ਕਿ ਇੱਕ ਵਾਰ ਉਹ ਆਪ, ਉਹਦਾ ਕੁੜਮ ਸਰਦਾਰ ਹਰਬੰਸ ਸਿੰਘ ਤੇ 2 ਹੋਰ ਸ਼ਰੀਰ ਸਤਿਗੁਰੂ ਜੀ ਪਾਸ ਆਏ। ਸਤਿਗੁਰੂ ਜੀ ਨੇ ਸਾਡੇ ਨਾਲ ਬੜਾ ਹੀ ਪ੍ਰੇਮ ਕੀਤਾ। ਇਹ ਗੱਲ ਸਾਡੇ ਲਈ ਵੱਡੇ ਮਾਣ ਵਾਲੀ ਸੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਫਲ ਕੱਟ ਕੇ ਖਵਾ ਰਹੇ ਸਨ। ਬੜੀ ਮੌਜ ਵਿੱਚ ਸਨ। ਬਚਨ ਕੀਤੋ ਨੇ, ਮੇਰਾ ਚਿੱਤ ਕਰਦਾ ਹੈ ਕਿ ਹਰ ਨਾਮਧਾਰੀ ਪਾਸ ਐਸੀ ਹੀ ਕੋਠੀ ਹੋਵੇ ਜਿਸ ਦੀ ਛੱਤ ਤੇ ਆਪਾਂ ਬੈਠੇ ਹਾਂ। ਪ੍ਰੀਤਮ ਸਿੰਘ ਹੋਰਾਂ ਕਿਹਾ, ਸਤਿਗੁਰ ਦੀ ਰੀਝ ਉਹਨਾਂ 4 ਬੰਦਿਆਂ ਤੇ ਤਾਂ ਲਾਗੂ ਹੋ ਗਈ ਜੋ ਉਸ ਦਿਨ ਆਪ ਤੋਂ ਫਲ ਛਕ ਰਹੇ ਸਨ। ਅੱਜ ਸਾਡੇ 4 ਪਾਸ ਬਹੁਤ ਸੁੰਦਰ ਕੋਠੀਆਂ ਹਨ। ਇੱਕ ਗੱਲ ਪ੍ਰੀਤਮ ਸਿੰਘ ਹੋਰਾਂ ਹੋਰ ਦੱਸੀ, ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਕਦੇ ਵਾਧੂ ਖਰਚ ਆ ਪੈਂਦੇ ਹਨ ਤੇ ਉਹ ਅਜਿਹੇ ਖਰਚਿਆਂ ਲਈ ਰਕਮਾਂ ਮੰਗਵਾ ਲੈਂਦੇ ਹਨ। ਸਾਨੂੰ ਵੀ ਉਹ ਲੋੜ ਸਮੇਂ ਹੁਕਮ ਕਰ ਦਿੰਦੇ ਹਨ, ਪਰ ਉਹਨਾਂ ਵਿਹਾਰ ਦਾ ਪੈਸਾ ਕਦੇ ਰੱਖਿਆ ਨਹੀਂ, ਅਰਥਾਤ ਉਹ ਲੈ ਲਿਆ ਤੇ ਫਿਰ ਪੈਸਾ ਵਾਪਸ ਵੀ ਕਰਦੇ ਹਨ। ਇੱਕ ਵਾਰ ਸਾਰੀ ਰਕਮ ਮਿਲ ਗਈ, ਪਰ ਕੁਝ ਰਕਮ ਨਾ ਦਿੱਤੀ ਗਈ। ਸਾਲ ਡੇਢ ਬੀਤ ਗਿਆ। ਮੈਂ ਸੋਚਿਆ ਹੁਣ ਰਕਮ ਕਿੱਥੋਂ ਮਿਲਣੀ ਹੈ, ਭੁੱਲ ਹੀ ਜਾਵਾਂ। ਅਗਲੇ ਦਿਨ ਹੀ ਮੈਨੂੰ ਭੈਣੀ ਸਾਹਿਬੋਂ ਬੁਲਾਵਾ ਆ ਗਿਆ ਤਾਂ ਸੰਤ ਬਲਕਾਰ ਸਿੰਘ, ਜਿਹੜੇ ਉਸ ਵੇਲੇ ਦੇ ਹਜ਼ੂਰੀ ਸੇਵਕ ਸਨ, ਉਹਨਾਂ ਨੇ ਰਕਮ ਗਿਣ ਕੇ ਮੇਰੀ ਤਲੀ ਤੇ ਧਰ ਦਿੱਤੀ। ਦਿਨ ਚੜ੍ਹੇ ਸਤਿਗੁਰੂ ਜੀ ਨੇ ਮੈਨੂੰ ਬੁਲਾ ਕੇ ਬਲਕਾਰ ਸਿੰਘ ਨੂੰ ਆਗਿਆ ਕੀਤੀ, ਪ੍ਰੀਤਮ ਸਿੰਘ ਕਾਰੋਬਾਰੀ ਹੈ, ਇਹਨੂੰ ਇਹਦੀ ਰਕਮ ਦੇ ਦਿਓ, ਵਾਪਸ ਕੰਮ ਤੇ ਚਲਾ ਜਾਵੇ। ਮੈਂ ਅਰਜ਼ ਕੀਤੀ ਕਿ ਰਕਮ ਤਾਂ ਆਉਂਦਿਆਂ ਹੀ ਰਾਤੀ ਮਿਲ ਗਈ ਸੀ। ਸਤਿਗੁਰੂ ਜੀ ਮੁਸਕਰਾਏ, ਪਿਛਲੀ ਦੇਰ ਦੀ ਤਾਂ ਗੱਲ ਕੋਈ ਨਹੀਂ, ਪਰ ਜਦ ਰਕਮ ਕੋਲ ਹੋਵੇ ਤਾਂ ਦੇਣਦਾਰੀ ਇੱਕ ਦਿਨ ਲਈ ਵੀ ਬਹੁਤ ਰੜਕਦੀ ਹੈ। ਕਵੀ ਪ੍ਰੀਤਮ ਸਿੰਘ ਜੀ ਦੱਸਦੇ ਹਨ ਕਿ 2 ਫਰਵਰੀ 1979 ਨੂੰ ਲਖਨਊ ਵਿਖੇ ਧੰਜਲ ਪਰਿਵਾਰ ਨਾਲ ਗੱਲਬਾਤ ਕਰਦਿਆਂ ਸਤਿਗੁਰਾਂ ਬਚਨ ਕੀਤਾ, ਤਕਲੀਫਾਂ ਵਿੱਚ ਰਹਿੰਦਿਆਂ ਬੰਦਾ ਸਟੀਲ ਯਾਨੀ ਲੋਹੇ ਵਰਗਾ ਪੱਕਾ ਹੋ ਜਾਂਦਾ ਹੈ। ਜਦੋਂ ਸਿੱਖ ਮੁਸ਼ਕਲਾਂ ਵਿੱਚ ਰਹਿੰਦੇ ਸਨ, ਉਹਨਾਂ ਦਾ ਚਰਿੱਤਰ ਉੱਚਾ ਸੀ। ਜਦੋਂ ਆਰਾਮ ਮਿਲ ਗਿਆ, ਚਰਿੱਤਰ ਭ੍ਰਸ਼ਟ ਹੋ ਗਏ। ਭਜਨ, ਬਾਣੀ, ਇਸ਼ਨਾਨ ਤਕਲੀਫਾਂ ਪੈਦਾ ਨਹੀਂ ਕਰਦੇ, ਤਕਲੀਫਾਂ ਘਟਾਉਂਦੇ ਹਨ। ਅਤੇ ਸਤਿਗੁਰਾਂ ਕੈਨੇਡਾ ਦੇ ਸੂਬਾ ਰੇਸ਼ਮ ਸਿੰਘ ਜੀ ਦੀ ਪਤਨੀ ਰਾਣੀ ਨੂੰ ਆਵਾਜ਼ ਦਵਾ ਕੇ ਉਹਦੇ ਛੋਟੇ ਬੱਚੇ ਮੰਗਵਾ ਕੇ ਮਸਾਂ 5 ਅਤੇ 7 ਸਾਲ ਦੇ ਸਨ। ਉਹਨਾਂ ਇਸ਼ਨਾਨ ਕੀਤਾ ਹੋਇਆ ਸੀ। ਮਾਂ ਸਮੇਤ ਬੱਚਿਆਂ ਨੇ ਆ ਕੇ ਚਰਨੀ ਹੱਥ ਲਾਇਆ। ਸਤਿਗੁਰਾਂ ਧੰਜਲ ਪਰਿਵਾਰ ਨੂੰ ਦੱਸਿਆ, ਇਹ ਬੱਚੇ ਕੈਨੇਡਾ ਦੀ ਸਰਦੀ ਵਿੱਚ ਵੀ ਨਿੱਤ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਹਨ। ਮਾਤਾ ਪਿਤਾ ਸੋਧ ਰੱਖਦੇ ਹਨ। ਮੈਨੂੰ ਉਸ ਵੇਲੇ ਬਹੁਤ ਖੁਸ਼ੀ ਹੋਈ ਜਦੋਂ ਕੈਨੇਡਾ ਵਿੱਚ ਮੈਂ ਆਪਣੇ ਪਿੱਛੇ ਪਿਤਾ ਜੀ ਆਵਾਜ਼ ਸੁਣੀ। ਹੈਰਾਨ ਹੋਇਆ ਕਿ ਭਾਰਤ ਵਿੱਚ ਤਾਂ ਡੈਡੀ ਆ ਗਿਆ ਹੈ, ਇਹ ਕੈਨੇਡਾ ਵਿੱਚ ਪਿਤਾ ਜੀ ਕਹਿਣ ਵਾਲਾ ਕੌਣ ਆਇਆ ਹੈ। ਵੇਖਿਆ ਤਾਂ ਇਹੋ ਵੱਡਾ ਬੱਚਾ ਸੀ। ਇਹ ਆਪਣੀ ਸੱਭਿਅਤਾ ਨਾਲ ਪਿਆਰ ਸਦਕਾ ਹੀ ਹੈ। ਤਕਲੀਫ ਨੂੰ ਕਮਜ਼ੋਰੀ ਨਾ ਵਿਖਾਓ। ਜੇ ਉੱਪਰ ਚੜ੍ਹੋਗੇ ਤਾਂ ਤਕਲੀਫ ਥੱਲੇ ਆ ਜਾਏਗੀ, ਅਰਥਾਤ ਤਕਲੀਫਾਂ ਖਤਮ ਹੋ ਜਾਣਗੀਆਂ। ਧੰਜਲ ਪਰਿਵਾਰ ਦੀ ਮੁਖੀ ਬੀਬੀ ਨੂੰ ਸਤਿਗੁਰਾਂ ਆਪਣੇ ਪੁਰਾਣੇ ਸੇਵਕ ਸੰਤ ਗੁਲਜ਼ਾਰ ਸਿੰਘ ਦੇ ਇੱਕ ਰਿਸ਼ਤੇਦਾਰ ਦੀ ਕਹਾਣੀ ਸੁਣਾਈ ਕਿ ਵਲਾਇਤ ਵਿੱਚ ਇੱਕ ਪਹਿਲਾਂ ਗਏ ਗੁਲਜ਼ਾਰ ਸਿੰਘ ਦੇ ਰਿਸ਼ਤੇਦਾਰ ਨੇ ਸਿਰ ਮੁੰਨਾ ਕੇ ਇੱਕ ਫੈਕਟਰੀ ਵਿੱਚ ਨੌਕਰੀ ਹਾਸਲ ਕੀਤੀ। ਜਾਂ ਉਹਦਾ ਦੂਜਾ ਰਿਸ਼ਤੇਦਾਰ ਗਿਆ ਤਾਂ ਗੋਰੇ ਫੈਕਟਰੀ ਮੈਨੇਜਰ ਨੇ ਉਸ ਨੂੰ ਵੀ ਸਿਰ ਮੁੰਨਾ ਕੇ ਆਉਣ ਨੂੰ ਕਿਹਾ, ਪਰ ਉਸ ਦ੍ਰਿੜ ਆਦਮੀ ਨੇ ਬਿਲਕੁਲ ਇਨਕਾਰ ਕਰ ਦਿੱਤਾ। ਹਫ਼ਤੇ ਬਾਅਦ ਉਸੇ ਗੋਰੇ ਮੈਨੇਜਰ ਨੇ ਬੰਦਾ ਭੇਜਿਆ ਕਿ ਤੂੰ ਆ ਜਾ ਤੇ ਸਾਨੂੰ ਤੇਰੇ ਕੇਸ ਪ੍ਰਵਾਨ ਹਨ। ਉਸ ਨੂੰ ਅਸੂਲ ਦਾ ਪੱਕਾ ਬੰਦਾ ਸਮਝ ਕੇ 1 ਪੌਂਡ ਵੱਧ ਤਨਖਾਹ ਦੇਣੀ ਮਨਜ਼ੂਰ ਕਰ ਦਿੱਤੀ। ਬੰਦੇ ਦਾ ਮੁੱਲ ਉਸਦੇ ਚੰਗੇ ਅਸੂਲਾਂ ਕਰਕੇ ਹੀ ਹੁੰਦਾ ਹੈ। ਸਾਰੇ ਆਖ ਲਈਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।